हेलो स्टूडेंट्स, हाउ आर यू? ਅੱਜ ਅਸੀਂ ਕਰਨ ਜਾ ਰਹੇ ਹਾਂ ਚੈਪਟਰ 8th ਰਿਟਰਨ ਟੂ 에ਅਰ ਰਿਟਨ ਬਾय ਫਿਲਿਪਾ ਏ ਪੀਅਰਸ। ਲੈਟਸ ਸਟਾਰਟ। ਦ ਬॉय ਕੁਡ ਸਵਿਮ ਵੈਲ। ਲੜਕਾ ਵਧੀਆ ਤੈਰ ਸਕਦਾ ਸੀ ਬਟ ਹੀ ਹੈਡ ਨੈਵਰ ਟਰਾਈਡ ਡਕ ਡਾਈਵਿੰਗ। ਪਰ ਉਸਨੇ ਸਵਿਮਿੰਗ ਦਾ ਇੱਕ ਤਰੀਕਾ ਡਕ ਡਾਈਵਿੰਗ ਕਦੀ ਵੀ ਟਰਾਈ ਨਹੀਂ ਕੀਤਾ ਸੀ। ਹਿਜ਼ ਫਰੈਂਡ ਵਾਂਟਡ ਹਿਮ ਟੂ ਲਰਨ ਇਟ। ਉਸਦਾ ਦੋਸਤ ਚਾਹੁੰਦਾ ਸੀ ਕਿ ਉਹ ਇਹ ਡਕ ਡਾਈਵਿੰਗ ਸਿੱਖੇ। What happened when he tried to duck dive the first time? ਉਹਦੇ ਨਾਲ ਕੀ ਵਾਪਰਿਆ ਜਦੋਂ ਉਸਨੇ ਪਹਿਲੀ ਵਾਰ ਡਕ ਡਾਈਵ ਦੀ ਕੋਸ਼ਿਸ਼ ਕੀਤੀ? ਲੈਟਸ ਰੀਡ ਦ ਸਟੋਰੀ। The ponds are very big. ਛੱਪੜ ਬਹੁਤ ਵੱਡੇ ਹਨ so that at one end people bathe and at the other end they fish. ਉਹ ਇਸ ਕਰਕੇ ਵੱਡੇ ਹਨ ਤਾਂ ਕਿ ਲੋਕੀ ਇੱਕ ਪਾਸੇ ਨਹਾ ਸਕਣ ਅਤੇ ਉਹਨਾਂ ਛੱਪੜਾਂ ਦੇ ਦੂਜੇ ਕੰਢੇ ਤੇ ਲੋਕ ਫਿਸ਼ਿੰਗ ਕਰ ਸਕਣ। Old men with bald heads sit on folding stools and fish with rods and lines. ਬਜ਼ੁਰਗ ਗੰਜੇ ਵਿਅਕਤੀ ਜੋ ਕਿ ਆਪਣੇ ਫੋਲਡਿੰਗ ਸਟੂਲਾਂ ਤੇ ਲਾਈਨ 'ਚ ਬੈਠ ਕੇ ਫਿਸ਼ਿੰਗ ਕਰ ਰਹੇ ਹਨ and little kids squeeze through the railings and wade up into the water to fish with nets. Squeeze ਹੁੰਦਾ ਕਿਸੇ ਜਗ੍ਹਾ ਦੇ ਅੰਦਰ ਘੁਸ ਜਾਣਾ ਤੇ wade up into the water ਹੁੰਦਾ ਪਾਣੀ ਦੇ ਅੰਦਰ ਜਾਣਾ। ਸੋ ਛੋਟੇ ਬੱਚੇ ਰੇਲਿੰਗ ਦੇ ਥਰੂ ਘੁਸ ਕੇ ਪਾਣੀ ਦੇ ਅੰਦਰ ਚਲੇ ਗਏ ਟੂ ਫਿਸ਼ ਵਿਦ ਨੈਟਸ ਤਾਂ ਕਿ ਉਹ ਜਾਲ ਦੇ ਨਾਲ ਫਿਸ਼ਿੰਗ ਕਰ ਸਕਣ। ਬਟ ਦ ਵਾਟਰ ਇਜ਼ ਮਚ ਡੀਪਰ ਐਟ ਆਵਰ ਐਂਡ ਆਫ ਦ ਪੌਂਡ। ਪਰ ਜਿੱਥੇ ਅਸੀਂ ਖੜੇ ਸੀ ਉਸ ਪਾਸਿਓਂ ਉਸ ਤਲਾਅ ਦਾ ਪਾਣੀ ਕਾਫੀ ਡੂੰਘਾ ਹੈ ਐਂਡ ਦੈਟ ਇਜ਼ ਵੇਅਰ ਵੀ ਬੇਥ। ਅਤੇ ਉਹੀ ਜਗ੍ਹਾ ਹੈ ਜਿੱਥੇ ਅਸੀਂ ਨਹਾਉਂਦੇ ਹਾਂ। ਯੂ ਆਰ ਨੋਟ ਅਲਾਉਡ ਟੂ ਬੇਥ ਅਨਲੈਸ ਯੂ ਕੈਨ ਸਵਿਮ। ਪਰ ਤੁਹਾਨੂੰ ਉਸ ਜਗ੍ਹਾ ਨਹਾਉਣ ਦੀ ਆਗਿਆ ਤਦ ਤੱਕ ਨਹੀਂ ਹੈ ਜਦ ਤੱਕ ਕਿ ਤੁਹਾਨੂੰ ਸਵਿਮਿੰਗ ਨਹੀਂ ਆਉਂਦੀ, ਤੈਰਨਾ ਨਹੀਂ ਆਉਂਦਾ। ਬਟ ਆਈ ਹੈਵ ਆਲਵੇਜ਼ ਬੀਨ ਏਬਲ ਟੂ ਸਵਿਮ। ਪਰ ਮੈਂ ਹਮੇਸ਼ਾ ਤੋਂ ਹੀ ਸਵਿਮਿੰਗ ਕਰਦਾ ਰਿਹਾ ਹਾਂ। ਦੇ ਸੇ ਆਈ ਕੁਡ ਸਵਿਮ ਬਿਕੋਜ਼ ਆਈ ਐਮ ਫੈਟ ਐਂਡ ਆਈ ਫਲੋਟ। ਤੇ ਦੂਸਰੇ ਲੋਕ ਮੈਨੂੰ ਹਮੇਸ਼ਾ ਇਸ ਕਰਕੇ ਕਹਿੰਦੇ ਸੀ ਕਿ ਮੈਂ ਸਵਿਮਿੰਗ ਇਸ ਕਰਕੇ ਕਰ ਪਾਉਂਦਾ ਹਾਂ ਕਿ ਮੈਂ ਮੋਟਾ ਹਾਂ ਤੇ ਮੈਂ ਪਾਣੀ ਦੇ ਉੱਪਰ ਹੀ ਤਰਦਾ ਰਹਿੰਦਾ ਹਾਂ। ਵੈਲ ਆਈ ਡੋਂਟ ਮਾਈਂਡ। ਖੈਰ ਮੈਂ ਉਹਨਾਂ ਦੀ ਗੱਲ ਦਾ ਬੁਰਾ ਨਹੀਂ ਮਨਾਉਂਦਾ। ਦੇ ਕਾਲ ਮੀ ਸੌਸੇਜ। ਉਹ ਮੈਨੂੰ ਸੌਸੇਜ ਕਹਿੰਦੇ ਹਨ। ਸੌਸੇਜ ਇੱਕ ਤਰ੍ਹਾਂ ਦਾ ਮੀਟ ਹੁੰਦਾ ਹੈ ਜੋ ਆਮ ਕਰਕੇ ਸੂਰ, ਗਾਂ ਜਾਂ ਮੁਰਗੇ ਦੇ ਮੀਟ ਤੋਂ ਬਣਦਾ ਹੈ। ਓਨਲੀ ਆਈ ਡੋਂਟ ਡਾਈਵ ਨੋਟ ਫਰੋਮ ਦ ਡਾਈਵਿੰਗ ਬੋਰਡ। ਬਸ ਮੇਰੇ ਅੰਦਰ ਇਹੀ ਘਾਟ ਸੀ ਕਿ ਮੈਂ ਉਸ ਤਲਾਅ ਦੇ ਅੰਦਰ ਚੁੱਭੀ ਨਹੀਂ ਮਾਰ ਪਾਉਂਦਾ ਸੀ, ਉਸ ਛਲਾਂਗ ਲਗਾਉਣ ਵਾਲੇ ਬੋਰਡ ਤੋਂ ਵੀ ਨਹੀਂ। ਆਈ ਹੈਵ ਟੂ ਟੇਕ ਮਾਈ ਗਲਾਸਿਸ ਆਫ ਟੂ ਗੋ ਇਨਟੂ ਦ ਵਾਟਰ। ਮੈਨੂੰ ਆਪਣੀਆਂ ਐਨਕਾਂ ਉਤਾਰਨੀਆਂ ਪੈਂਦੀਆਂ ਪਾਣੀ ਦੇ ਅੰਦਰ ਜਾਣ ਲਈ। Then this summer they all wanted me to learn duck diving. ਫਿਰ ਇਸ ਗਰਮੀਆਂ ਨੂੰ ਸਾਰੇ ਮੇਰੇ ਤੋਂ ਚਾਹੁੰਦੇ ਸਨ ਕਿ ਮੈਂ ਡਕ ਡਾਈਵਿੰਗ ਸਿੱਖਾਂ। You are swimming on the surface of water. ਤੁਸੀਂ ਪਾਣੀ ਦੇ ਤਲ ਤੇ ਤੈਰ ਰਹੇ ਹੋ and suddenly you append yourself just like a duck. ਅਤੇ ਇੱਕਦਮ ਤੁਸੀਂ ਆਪਣੇ ਆਪ ਨੂੰ ਉਲਟਾ ਦਿੰਦੇ ਹੋ ਇੱਕ ਬਤਖ ਦੀ ਤਰ੍ਹਾਂ and dive down deep into the water. ਅਤੇ ਪਾਣੀ ਦੇ ਵਿੱਚ ਹੇਠਾਂ ਡੂੰਘਾ ਚਲੇ ਜਾਂਦੇ ਹੋ and perhaps you swim about a bit underwater. ਤੇ ਸ਼ਾਇਦ ਤੁਸੀਂ ਥੋੜਾ ਜਿਹਾ ਪਾਣੀ ਦੇ ਥੱਲੇ ਤੈਰਦੇ ਹੋ and then come up again. ਅਤੇ ਫਿਰ ਵਾਪਸ ਉੱਪਰ ਵੱਲ ਨੂੰ ਆ ਜਾਂਦੇ ਹੋ। I know ducks can do this soon after they are born. ਮੈਨੂੰ ਪਤਾ ਹੈ ਬਤਖਾਂ ਇਹ ਸਭ ਕੁਝ ਬਹੁਤ ਜਲਦੀ ਕਰ ਲੈਂਦੀਆਂ ਹਨ ਆਪਣੇ ਜਨਮ ਤੋਂ ਬਾਅਦ। ਇਟਸ ਡਿਫਰੈਂਟ ਫॉर them. ਉਹਨਾਂ ਲਈ ਇਹ ਡਿਫਰੈਂਟ ਗੱਲ ਹੈ। ਸੋ ਆਈ ਵਾਜ਼ ਲਰਨਿੰਗ ਟੂ ਡਕ ਡਾਈਵ ਟੂ ਸਵਿਮ ਟੂ ਦ ਬੋਟਮ ਆਫ ਦ ਪੌਂਡ। ਇਸ ਕਰਕੇ ਮੈਂ ਤੈਰਨ ਲਈ ਉਸ ਤਲਾਅ ਦੇ ਸਭ ਤੋਂ ਹੇਠਾਂ ਜਾ ਕੇ ਡਕ ਡਾਈਵਿੰਗ ਸਿੱਖ ਰਿਹਾ ਸੀ ਐਂਡ ਪਿਕ ਅਪ ਅ ਬ੍ਰਿਕ ਦੇ ਵੁੱਡ ਥਰੋਨ ਇਨ। ਅਤੇ ਮੈਂ ਇੱਕ ਇੱਟ ਚੱਕਣੀ ਸੀ ਜਿਹੜੀ ਉਹਨਾਂ ਨੇ ਨੀਚੇ ਸੁੱਟਣੀ ਸੀ ਐਂਡ ਬ੍ਰਿੰਗ ਇਟ ਅਪ ਅਗੇਨ ਅਤੇ ਇਸ ਨੂੰ ਉੱਪਰ ਦੁਬਾਰਾ ਵਾਪਸ ਲੈ ਕੇ ਆਉਣਾ ਸੀ। ਯੂ ਪ੍ਰੈਕਟਾਈਜ਼ ਦਿਸ ਇਨ ਕੇਸ ਯੂ ਹੈਵ ਟੂ ਰੈਸਕਿਊ ਐਨੀਵਨ ਫਰੋਮ ਡਰਾਊਨਿੰਗ। ਤੂੰ ਇਸ ਦੀ ਪ੍ਰੈਕਟਿਸ ਇਸ ਲਈ ਕਰ ਕਿ ਜੇ ਕਿਤੇ ਤੈਨੂੰ ਕਿਸੇ ਨੂੰ ਡੁੱਬਣ ਤੋਂ ਬਚਾਉਣਾ ਹੋਵੇ। ਡਰਾਊਨਿੰਗ ਹੁੰਦਾ ਡੁੱਬਣਾ। ਇਸ ਲਈ ਤੈਨੂੰ ਇਸ ਤਲਾਅ ਦੇ ਬਿਲਕੁਲ ਤਲ ਤੱਕ ਜਾਣਾ ਆਉਣਾ ਚਾਹੀਦਾ ਹੈ। ਆਫ ਕੋਰਸ ਦੇ ਆਰ ਬਿਗਰ ਐਂਡ ਹੈਵੀਅਰ ਦੈਨ ਅ ਬ੍ਰਿਕ। ਹਾਂ ਇਹ ਵੀ ਠੀਕ ਹੈ ਕਿ ਜੋ ਡੁੱਬ ਰਹੇ ਹੋਣਗੇ ਉਹ ਇਸ ਇੱਟ ਤੋਂ ਵੱਡੇ ਵੀ ਹੋਣਗੇ ਤੇ ਭਾਰੇ ਵੀ ਹੋਣਗੇ। ਆਈ ਸਪੋਜ਼ ਯੂ ਹੈਵ ਟੂ ਵਰਕ ਔਨ ਬ੍ਰਿਕਸ ਐਂਡ ਦੈਨ ਗ੍ਰੈਜੂਅਲੀ ਵਰਕ ਅਪ ਟੂ ਪੀਪਲ। ਸੋ ਮੈਨੂੰ ਲੱਗਦਾ ਹੈ ਕਿ ਤੈਨੂੰ ਸ਼ੁਰੂਆਤ ਬ੍ਰਿਕਸ ਤੋਂ ਕਰਨੀ ਚਾਹੀਦੀ ਹੈ ਤੇ ਹੌਲੀ ਹੌਲੀ ਲੋਕਾਂ ਦੇ ਨਾਲ ਇਹ ਪ੍ਰੈਕਟਿਸ ਤੈਨੂੰ ਕਰਨੀ ਚਾਹੀਦੀ ਹੈ। ਦ ਸਵਿਮਿੰਗ ਇੰਸਟਰਕਟਰ ਸੈਡ। ਸਵਿਮਿੰਗ ਸਿਖਾਉਣ ਵਾਲੇ ਨੇ ਕਿਹਾ, ਸੌਸੇਜ ਆਈ ਐਮ ਗੋਇੰਗ ਟੂ ਥਰੋ ਦ ਬ੍ਰਿਕ।
ਕਿ sausage ਮੈਂ ਇੱਟ ਸੁੱਟਣ ਜਾ ਰਿਹਾ ਹਾਂ। It was a brick with a bit of old white flannel around it। ਫਲੈਨਲ ਹੁੰਦਾ ਮੁਲਾਇਮ ਕਪੜਾ, ਜਿੱਦਾਂ ਸਕੂਲਾਂ ਵਿੱਚ ਫਲੈਨਲ ਬੋਰਡ ਲੱਗੇ ਹੁੰਦੇ ਨੇ, ਨੋਟਿਸ ਬੋਰਡ, ਜਿੱਥੇ ਅਸੀਂ ਕੋਈ ਚੀਜ਼ ਪਿੰਨ ਕਰ ਦਿੰਦੇ ਆ। ਸੋ ਉਸ ਤਰ੍ਹਾਂ ਦਾ ਇੱਕ ਮੁਲਾਇਮ ਕਪੜਾ ਉਸ ਇੱਟ ਦੇ ਦੁਆਲੇ ਲਪੇਟਿਆ ਹੋਇਆ ਸੀ ਟੂ ਮੇਕ ਇਟ ਸ਼ੋ ਅਪ ਅੰਡਰ ਵਾਟਰ, ਤਾਂ ਕਿ ਉਹ ਪਾਣੀ ਦੇ ਥੱਲੇ ਉਭਰੀ ਹੋਈ ਦਿਸ ਸਕੇ। sausage I am going to throw it। sausage ਮੈਂ ਇਸ ਨੂੰ ਸੁੱਟਣ ਜਾ ਰਿਹਾ ਹਾਂ। go after it ਇਹਦੇ ਪਿੱਛੇ ਜਾਓ। and get it before it reaches the bottom and settles in the mud or you'll never get it। ਅਤੇ ਇਸ ਤੋਂ ਪਹਿਲਾਂ ਕਿ ਇਹ ਪਾਣੀ ਦੇ ਤਲ ਤੱਕ ਪਹੁੰਚੇ, ਉਹਦੇ ਨੀਚੇ ਮੌਜੂਦ ਚਿੱਕੜ ਦੇ ਵਿੱਚ ਧੱਸ ਜਾਏ ਅਤੇ ਤੁਹਾਨੂੰ ਇਹ ਕਦੀ ਵੀ ਨਾ ਮਿਲੇ, ਉਸ ਤੋਂ ਪਹਿਲਾਂ ਇਸ ਨੂੰ ਹਾਸਲ ਕਰਨਾ ਹੈ। It made everyone come out of the water to give me a chance and they were standing and watching। ਤਾਂ ਸਵੀਮਿੰਗ ਇੰਸਟ੍ਰਕਟਰ ਨੇ ਮੈਨੂੰ ਇਹ ਕੰਮ ਕਰਨ ਦਾ ਚਾਂਸ ਦੇਣ ਲਈ ਸਾਰਿਆਂ ਨੂੰ ਉਸ ਤਲਾਅ ਦੇ ਵਿੱਚੋਂ ਬਾਹਰ ਆ ਕੇ ਖੜੇ ਹੋ ਕੇ ਦੇਖਣ ਲਈ ਕਿਹਾ। I had removed my glasses। ਮੈਂ ਆਪਣੀਆਂ ਐਨਕਾਂ ਉਤਾਰ ਚੁੱਕਾ ਸੀ। so I could only see the blurred figures। ਇਸ ਲਈ ਹੁਣ ਮੈਨੂੰ ਸਿਰਫ ਧੁੰਦਲੀਆਂ ਚੀਜ਼ਾਂ ਹੀ ਦਿਖਾਈ ਦਿੰਦੀਆਂ ਸਨ। I could hear them talking and laughing। ਮੈਂ ਦੂਜਿਆਂ ਨੂੰ ਆਪਸ ਵਿੱਚ ਗੱਲਾਂ ਕਰਦੇ ਅਤੇ ਹੱਸਦੇ ਸੁਣ ਸਕਦਾ ਸੀ। but there wasn't a sound in the water except the sound made by me। ਪਰ ਜਦੋਂ ਮੈਂ ਪਾਣੀ ਵਿੱਚ ਖੜਾ ਸੀ ਤਾਂ ਪਾਣੀ ਦੇ ਵਿੱਚੋਂ ਸਿਰਫ ਮੇਰੇ ਦੁਆਰਾ ਹੀ ਪੈਦਾ ਕੀਤੀ ਹੋਈ ਆਵਾਜ਼ ਆ ਰਹੀ ਸੀ, ਮੈਨੂੰ ਹੋਰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। and then I saw the brick go over my head and there was a splash as it went into the water। ਅਤੇ ਫਿਰ ਮੈਂ ਦੇਖਿਆ ਕਿ ਮੇਰੇ ਸਿਰ ਦੇ ਉੱਪਰੋਂ ਦੀ ਇੱਟ ਗਈ ਅਤੇ ਪਾਣੀ ਵਿੱਚ ਗਿਰਨ ਤੇ ਸਪਲੈਸ਼ ਦੀ ਸਾਊਂਡ ਆਈ। I thought I can't do it। ਮੈਂ ਸੋਚਿਆ ਮੈਂ ਨਹੀਂ ਕਰ ਸਕਦਾ। my legs won't move fast। ਮੇਰੀਆਂ ਲੱਤਾਂ ਤੇਜ਼ੀ ਦੇ ਨਾਲ ਮੂਵ ਨਹੀਂ ਕਰਨਗੀਆਂ। they feel just flabby। ਉਹ ਬਸ ਕਮਜ਼ੋਰੀ ਫੀਲ ਕਰ ਰਹੀਆਂ ਸਨ। it's different for ducks। ਇਹ ਬੱਤਖਾਂ ਵਾਸਤੇ ਤਾਂ ਅਲੱਗ ਗੱਲ ਹੈ। but while I was thinking this ਪਰ ਜਦੋਂ ਮੈਂ ਇਹ ਸਭ ਕੁਝ ਸੋਚ ਰਿਹਾ ਸੀ I had taken a deep breath ਤਾਂ ਮੈਂ ਡੂੰਘਾ ਸਾਹ ਭਰਿਆ and then my head really went down and my legs went up in the air। ਉਸ ਤੋਂ ਬਾਅਦ ਮੇਰਾ ਸਿਰ ਸੱਚੀ ਪਾਣੀ ਦੇ ਵਿੱਚ ਡੁੱਬ ਗਿਆ ਅਤੇ ਮੇਰੀਆਂ ਲੱਤਾਂ ਹਵਾ ਵੱਲ ਉੱਪਰ ਨੂੰ ਉੱਠ ਗਈਆਂ। I could feel them there। ਮੈਂ ਆਪਣੀਆਂ ਲੱਤਾਂ ਲਈ ਫੀਲ ਕਰ ਸਕਦਾ ਸੀ just air around them ਕਿ ਉਹਨਾਂ ਦੇ ਆਲੇ ਦੁਆਲੇ ਸਿਰਫ ਹਵਾ ਸੀ and then there was water around them। ਅਤੇ ਉਸ ਤੋਂ ਬਾਅਦ ਜਦੋਂ ਉਹ ਪਾਣੀ ਵਿੱਚ ਡੁੱਬ ਗਈਆਂ ਤੇ ਫਿਰ ਮੈਨੂੰ ਫੀਲ ਹੋਇਆ ਕਿ ਉਹਨਾਂ ਲੱਤਾਂ ਦੇ ਦੁਆਲੇ ਸਿਰਫ ਪਾਣੀ ਹੀ ਸੀ because I was going down into the water ਕਿਉਂਕਿ ਮੈਂ ਪਾਣੀ ਦੇ ਥੱਲੇ ਨੂੰ ਜਾ ਰਿਹਾ ਸੀ। after all right down into the water straight down ਤੇ ਉਸ ਤੋਂ ਬਾਅਦ ਬਿਲਕੁਲ ਪਾਣੀ ਦੇ ਵਿੱਚ ਸਿੱਧਾ ਨੀਚੇ। at first my eyes were shut। ਪਹਿਲੇ ਮੇਰੀਆਂ ਅੱਖਾਂ ਬਿਲਕੁਲ ਬੰਦ ਸਨ। I forced my eyelids up against the water to see। ਮੈਂ ਬਾਹਰ ਦੇਖਣ ਲਈ ਆਪਣੀਆਂ ਪਲਕਾਂ ਪਾਣੀ ਦੇ ਵਿਰੁੱਧ ਪੂਰੇ ਜ਼ੋਰ ਨਾਲ ਖੋਲੀਆਂ because although I can't see much without my glasses ਕਿਉਂਕਿ ਭਾਵੇਂ ਮੈਂ ਆਪਣੀਆਂ ਐਨਕਾਂ ਤੋਂ ਬਿਨਾਂ ਜ਼ਿਆਦਾ ਨਹੀਂ ਦੇਖ ਸਕਦਾ ਹਾਂ। I don't believe anyone can see much underwater। ਫਿਰ ਵੀ ਮੈਨੂੰ ਲੱਗਦਾ ਸੀ ਕਿ ਜਿਹਦੀਆਂ ਅੱਖਾਂ ਠੀਕ ਵੀ ਹੋਣ ਉਹ ਵੀ ਪਾਣੀ ਦੇ ਥੱਲੇ ਜ਼ਿਆਦਾ ਨਹੀਂ ਦੇਖ ਸਕਦਾ। The water was like a thick green brown lemonade with some fish moving around। ਤਾਂ ਉਸ ਤਲਾਅ ਦੇ ਥੱਲੇ ਵਾਲਾ ਪਾਣੀ ਇੱਕ ਗਾੜਾ ਹਰੇ ਅਤੇ ਭੂਰੇ ਰੰਗ ਦਾ ਸ਼ਰਬਤ ਲੱਗਦਾ ਸੀ ਜਿਹਦੇ ਵਿੱਚ ਕੁਝ ਮੱਛੀਆਂ ਘੁੰਮ ਰਹੀਆਂ ਸਨ। I could see some whitish glimmer। ਤਾਂ ਮੈਂ ਕੁਝ ਸਫੇਦ ਚਮਕਦਾ ਹੋਇਆ ਦੇਖ ਸਕਦਾ ਸੀ। That must be the flannel round the brick। ਜਿਹੜੀ ਕਿ ਮੈਨੂੰ ਲੱਗਦੀ ਸੀ ਕਿ ਉਸ ਬ੍ਰਿਕ ਦੇ ਇਰਦ ਗਿਰਦ ਲਪੇਟੀ ਹੋਈ ਉਹ ਫਲੈਨਲ ਹੀ ਸੀ। It was ahead of me ਜੋ ਕਿ ਮੇਰੇ ਬਿਲਕੁਲ ਅੱਗੇ ਸੀ fading away into the lower water ਅਤੇ ਜੋ ਹੇਠਲੇ ਪਾਣੀ ਵੱਲ ਵਧਦੀ ਹੋਈ ਫੇਡ ਹੋ ਰਹੀ ਸੀ, ਧੁੰਦਲੀ ਹੋ ਰਹੀ ਸੀ। as I moved after it ਜਿੱਦਾਂ ਮੈਂ ਉਹਦੇ ਮਗਰ ਜਾਂਦਾ ਸੀ। down we went ਜਿੱਦਾਂ ਮੈਂ ਅਤੇ ਉਹ ਬ੍ਰਿਕ ਨੀਚੇ ਗਏ and the lemonade look quite went away ਅਤੇ ਉਹ ਹਰਾ ਤੇ ਬਰਾਊਨ ਰੰਗ ਦਾ ਸ਼ਰਬਤ look quite went away ਏਦਾਂ ਲੱਗ ਰਿਹਾ ਸੀ ਜਿਵੇਂ ਉਹ ਚਲਾ ਗਿਆ ਹੋਵੇ
ਹੋਏ and became just a dark blackish brown ਅਤੇ ਹੇਠਲਾ ਪਾਣੀ ਹੁਣ ਇੱਕ ਕਾਲੇ ਅਤੇ ਬਰਾਊਨ ਰੰਗ ਦੇ ਸ਼ਰਬਤ ਵਿੱਚ ਚੇਂਜ ਹੋ ਗਿਆ ਸੀ and I couldn't see much ਅਤੇ ਮੈਂ ਜ਼ਿਆਦਾ ਕੁਝ ਹੁਣ ਨਹੀਂ ਦੇਖ ਸਕਦਾ ਸੀ। The brick looked different from here ਉਹ ਇੱਟ ਹੁਣ ਮੇਰੀ ਜਗ੍ਹਾ ਤੋਂ ਅਲੱਗ ਦਿਖਦੀ ਸੀ। Maybe the flannel had come off ਕਿ ਸ਼ਾਇਦ ਹੋ ਸਕਦਾ ਹੈ ਕਿ ਉਸ ਦੁਆਲੇ ਲਿਪਟੀ ਹੋਈ ਉਹ ਫਲੈਨਲ ਲੱਥ ਗਈ ਹੋਵੇ। It had settled right into the mud ਇਹ ਹੁਣ ਉਸ ਤਲਾਅ ਦੇ ਥੱਲੇ ਜੋ ਚਿੱਕੜ ਸੀ ਉਸ ਵਿੱਚ ਸੈਟਲ ਹੋ ਚੁੱਕੀ ਸੀ। There was only one corner left sticking up ਉਸ ਇੱਟ ਦਾ ਸਿਰਫ ਹੁਣ ਇੱਕ ਹੀ ਕਿਨਾਰਾ ਸੀ ਜੋ ਕਿ ਉਸ ਚਿੱਕੜ ਤੋਂ ਉੱਪਰ ਵੱਲ ਨੂੰ ਉਭਰਿਆ ਹੋਇਆ ਦਿਖਦਾ ਸੀ। I dug into the mud with my fingers ਤਾਂ ਮੈਂ ਉਸ ਚਿੱਕੜ ਨੂੰ ਆਪਣੀਆਂ ਉਂਗਲਾਂ ਦੇ ਨਾਲ ਖੋਦਿਆ and got hold of the thing ਅਤੇ ਚਿੱਕੜ ਵਿੱਚ ਧਸੀ ਹੋਈ ਉਸ ਚੀਜ਼ ਉੱਤੇ ਮੈਂ ਪਕੜ ਬਣਾਈ and then I didn't think of anything ਅਤੇ ਉਸ ਚੀਜ਼ ਤੇ ਪਕੜ ਬਣਾਉਣ ਤੋਂ ਬਾਅਦ ਮੈਂ ਹੋਰ ਕਿਸੇ ਚੀਜ਼ ਬਾਰੇ ਨਹੀਂ ਸੋਚਿਆ except getting up again with it into the air ਅਤੇ ਉਸ ਚੀਜ਼ ਨੂੰ ਲੈ ਕੇ ਉੱਪਰ ਹਵਾ ਵਿੱਚ ਦੁਬਾਰਾ ਜਾਣ ਤੋਂ ਬਿਨਾ ਮੈਂ ਹੋਰ ਕੋਈ ਚੀਜ਼ ਨਹੀਂ ਸੋਚੀ। Touching the bottom like that had stirred up the mud ਕਿ ਜਿਸ ਤਰ੍ਹਾਂ ਜੋ ਉਹ ਚੀਜ਼ ਉਸ ਚਿੱਕੜ ਵਿੱਚ ਧਸੀ ਹੋਈ ਸੀ ਜਦੋਂ ਮੈਂ ਉਸ ਨੂੰ ਕੱਢਿਆ ਤਾਂ ਉਸ ਜਗ੍ਹਾ ਤੋਂ ਕਾਫੀ ਸਾਰਾ ਮੱਡ ਉੱਪਰ ਨੂੰ ਉਛਲਿਆ ਜਿਹਦੇ ਨਾਲ ਉਸ ਜਗ੍ਹਾ ਤੇ ਉਸ ਚਿੱਕੜ ਦਾ ਇੱਕ ਕਲਾਊਡ ਬਣ ਗਿਆ। ਸੋ ਆਈ ਬਿਗਨ ਟੂ ਗੋ ਅਪ ਥਰੂ ਅ ਕਲਾਊਡ ਆਫ ਇਟ ਤਾਂ ਇਸ ਕਿਰਿਆ ਦੇ ਨਾਲ ਪੈਦਾ ਹੋਏ ਉਸ ਚਿੱਕੜ ਦੇ ਕਲਾਊਡ ਤੋਂ ਮੈਂ ਉੱਪਰ ਉੱਠਦੇ ਹੋਏ ਉਸ ਤਲਾਅ ਦੇ ਤਲ ਵੱਲ ਜਾਣਾ ਸ਼ੁਰੂ ਕੀਤਾ। I felt I would get lost ਮੈਂ ਸੋਚਿਆ ਮੈਂ ਗੁੰਮ ਜਾਵਾਂਗਾ। Perhaps I had swum underwater too far ਸ਼ਾਇਦ ਮੈਂ ਪਾਣੀ ਦੇ ਥੱਲੇ ਕਾਫੀ ਦੂਰ ਤੱਕ ਤੈਰ ਕੇ ਆ ਚੁੱਕਾ ਸੀ। Perhaps I would be drifted towards the place where people were fishing and get a fish hook caught into the flesh of my cheek or perhaps I just wasn't going to find the top and the air again ਸੋ ਹੁਣ ਉਸ ਨੂੰ ਡਰ ਹੈ ਕਿ ਹੋ ਸਕਦਾ ਹੈ ਕਿ ਉਹ ਪਾਣੀ ਦੇ ਥੱਲੇ ਹੀ ਗੁੰਮ ਜਾਵੇ ਅਤੇ ਉਹ ਬੇਸੁੱਧ ਹੋ ਜਾਵੇ ਜਾਂ ਉਸ ਦੀ ਡੈਥ ਹੋ ਜਾਵੇ ਤੇ ਫਿਰ ਹੋ ਸਕਦਾ ਹੈ ਕਿ ਉਹ ਪਾਣੀ ਦੇ ਨੀਚੇ ਹੀ ਡ੍ਰਿਫਟ ਕਰਦਾ ਹੋਇਆ ਭਾਵ ਸਰਕਦਾ ਹੋਇਆ ਉਹਨਾਂ ਲੋਕਾਂ ਦੇ ਵੱਲ ਚੱਲ ਜਾਵੇ ਜਿੱਥੇ ਲੋਕ ਫਿਸ਼ਿੰਗ ਕਰ ਰਹੇ ਹਨ ਤੇ ਇਹ ਵੀ ਪੋਸੀਬਲ ਹੈ ਕਿ ਜਿਹੜੀ ਫਿਸ਼ਿੰਗ ਰੋਡ ਦੇ ਨਾਲ ਉਹ ਫਿਸ਼ਿੰਗ ਕਰ ਰਹੇ ਹਨ ਉਸ ਫਿਸ਼ਿੰਗ ਰੋਡ ਦੀ ਜੋ ਹੁੱਕ ਹੈ ਹੋ ਸਕਦਾ ਹੈ ਉਸ ਦੀ ਗੱਲ ਭਾਵ ਚੀਕ ਦੇ ਵਿੱਚ ਫਸ ਜਾਵੇ ਤੇ ਇਹ ਵੀ ਡਰ ਸੀ ਕਿ ਹੋ ਸਕਦਾ ਹੈ ਕਿ ਉਹ ਕਦੀ ਵੀ ਉੱਪਰ ਤਲ ਤੇ ਹਵਾ ਦੇ ਵਿੱਚ ਦੁਬਾਰਾ ਨਾ ਪਹੁੰਚ ਸਕੇ। I was quite afraid ਮੈਂ ਕਾਫੀ ਡਰ ਗਿਆ ਸੀ। Although I was going up quite quickly ਭਾਵੇਂ ਮੈਂ ਬਹੁਤ ਤੇਜ਼ੀ ਦੇ ਨਾਲ ਉੱਪਰ ਜਾ ਰਿਹਾ ਸੀ and the water was already changing from brown black to green brown ਅਤੇ ਪਾਣੀ ਵੀ ਬਰਾਊਨ ਬਲੈਕ ਤੋਂ ਗ੍ਰੀਨ ਬਰਾਊਨ ਵਿੱਚ ਚੇਂਜ ਹੋ ਚੁੱਕਾ ਸੀ and then no bright lemonade ਅਤੇ ਉਸ ਤੋਂ ਬਾਅਦ ਉਹ ਇੱਕ ਗਾੜਾ ਸ਼ਰਬਤ ਨਹੀਂ ਲੱਗ ਰਿਹਾ ਸੀ। I could also see the sun shining through the water ਮੈਂ ਪਾਣੀ ਦੇ ਵਿੱਚੋਂ ਸ਼ਾਈਨ ਕਰਦਾ ਹੋਇਆ ਸੂਰਜ ਵੀ ਦੇਖ ਸਕਦਾ ਸੀ। I was getting near the surface ਮੈਂ ਪਾਣੀ ਦੇ ਤਲ ਦੇ ਨੇੜੇ ਪਹੁੰਚ ਰਿਹਾ ਸੀ। I was moving too slowly ਮੈਂ ਬਹੁਤ ਹੌਲੀ-ਹੌਲੀ ਉੱਪਰ ਜਾ ਰਿਹਾ ਸੀ। I knew I would never reach the air again in time ਮੈਂ ਜਾਣਦਾ ਸੀ ਕਿ ਮੈਂ ਹੁਣ ਸਮੇਂ ਰਹਿੰਦੇ ਹਵਾ ਦੇ ਵਿੱਚ ਦੁਬਾਰਾ ਵਾਪਸ ਨਹੀਂ ਪਹੁੰਚ ਪਾਵਾਂਗਾ। Never the air again ਹਵਾ ਵਿੱਚ ਵਾਪਸੀ ਕਦੀ ਵੀ ਨਹੀਂ। Then suddenly I was at the surface ਫਿਰ ਅਚਾਨਕ ਮੈਂ ਤਲ ਤੇ ਸੀ। I had exploded back from the water into the air ਕਿ ਮੈਂ ਪਾਣੀ ਤੋਂ ਇੱਕਦਮ ਹਵਾ ਵਿੱਚ ਫੁੱਟ ਪਿਆ ਸੀ। For a while I couldn't think of anything ਕੁਝ ਦੇਰ ਤੱਕ ਮੈਂ ਹੋਰ ਕਿਸੇ ਵੀ ਚੀਜ਼ ਬਾਰੇ ਨਹੀਂ ਸੋਚ ਸਕਿਆ and I couldn't do anything except let out the old breath ਤੇ ਮੈਂ ਆਪਣੇ ਸਾਹ ਨੂੰ ਵਾਪਸ ਲਿਆਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕਰ ਸਕਿਆ। I had been holding and take a couple of fresh quick ones ਮੈਂ ਆਪਣੇ ਸਾਹ ਨੂੰ ਸਥਿਰ ਕਰ ਰਿਹਾ ਸੀ ਅਤੇ ਤਾਜ਼ੀ ਹਵਾ ਵਿੱਚ ਸਾਹ ਲੈ ਰਿਹਾ ਸੀ ਅਤੇ ਕੱਢ ਰਿਹਾ ਸੀ and hold the brick ਨੂੰ ਫੜਦੇ ਹੋਏ। Pond water was trickling down inside my nose and into my mouth trickling down ਹੁੰਦਾ ਬੂੰਦ ਬੂੰਦ ਟਪਕਣਾ
ਕਿ ਤਲਾਅ ਦਾ ਪਾਣੀ ਮੇਰੇ ਨੱਕ ਤੋਂ ਅਤੇ ਮੂੰਹ ਤੋਂ ਬੂੰਦ-ਬੂੰਦ ਕਰਕੇ ਟਪਕ ਰਿਹਾ ਸੀ, which I hate, ਜਿਸ ਨਾਲ ਕਿ ਮੈਂ ਨਫ਼ਰਤ ਕਰਦਾ ਸੀ, but there was air all around and above for me to breathe and to live. ਪਰ ਮੇਰੇ ਆਲੇ ਦੁਆਲੇ ਹਵਾ ਸੀ ਅਤੇ ਮੇਰੇ ਲਈ ਸਭ ਤੋਂ ਪ੍ਰਮੁੱਖ ਗੱਲ ਮੇਰਾ ਸਾਹ ਲੈਣਾ ਅਤੇ ਜੀਣਾ ਸੀ। I might live to be 100 now. ਮੈਂ ਹੁਣ 100 ਸਾਲ ਤੱਕ ਜੀਵਾਂਗਾ and keep a sweet shop of my own. ਅਤੇ ਆਪਣੀ ਇੱਕ sweet shop ਵੀ ਜ਼ਰੂਰ ਰੱਖਾਂਗਾ and walk on the moon. ਅਤੇ ਚੰਨ ਤੇ ਵੀ ਤੁਰਾਂਗਾ and breed mastiffs. Mastiff ਇੱਕ ਅਜਿਹਾ ਕੁੱਤਾ ਜੋ ਆਕਾਰ ਵਿੱਚ ਕਾਫੀ ਵੱਡਾ ਹੁੰਦਾ ਹੈ। ਸੋ ਇੱਥੇ ਉਹ ਕਹਿ ਰਿਹਾ ਕਿ ਮੈਂ ਹੁਣ ਮੈਸਟਿਫ ਦੀ ਨਸਲ ਦੇ ਕੁੱਤੇ ਵੀ ਪਾਲਾਂਗਾ ਐਂਡ ਰੈਸਕਿਊ ਸਮਵਨ ਫਰੋਮ ਡਰਾਉਨਿੰਗ, ਅਤੇ ਕਿਸੇ ਨੂੰ ਡੁੱਬਣ ਤੋਂ ਵੀ ਬਚਾਵਾਂਗਾ ਐਂਡ ਬੀ ਅਵਾਰਡਡ ਅ ਮੈਡਲ ਫॉर ਇਟ, ਅਤੇ ਮੈਨੂੰ ਇਸ ਕੰਮ ਲਈ ਮੈਡਲ ਵੀ ਜ਼ਰੂਰ ਮਿਲੇਗਾ ਐਂਡ ਬੀ ਇੰਟਰਵਿਊਡ ਔਨ ਟੀਵੀ, ਅਤੇ ਮੇਰੀ ਟੀਵੀ ਤੇ ਇੰਟਰਵਿਊ ਵੀ ਚੱਲੇਗੀ। ਐਂਡ ਦੈਨ ਆਈ ਨੋਟਿਸਡ ਦੇ वर ਸ਼ਾਊਟਿੰਗ ਫਰੋਮ ਦ ਬੈਂਕ, ਅਤੇ ਫਿਰ ਮੈਂ ਦੇਖਿਆ ਕਿ ਦੂਜੇ ਲੋਕ ਕਿਨਾਰੇ ਤੇ ਖੜੇ ਹੋ ਕੇ ਮੇਰੇ ਲਈ ਚਿल्ला ਰਹੇ ਸਨ। ਦੇ वर cheering and shouting sausage sausage, ਮੇਰਾ ਉਤਸ਼ਾਹ ਵਧਾ ਰਹੇ ਸਨ ਅਤੇ ਮੇਰੇ ਲਈ ਚਿल्ला ਰਹੇ ਸਨ sausage sausage. The instructor was saying with his hands around his mouth. ਸਵਿਮਿੰਗ ਇੰਸਟ੍ਰਕਟਰ ਆਪਣੇ ਦੋਨੋਂ ਹੱਥ ਆਪਣੇ ਮੂੰਹ ਦੇ ਦੁਆਲੇ ਰੱਖ ਕੇ ਮੇਰੇ ਕੋਲ ਪੁੱਛਦਾ, what on earth have you got there sausage? ਕਿ sausage ਤਲਾਅ ਦੇ ਤਲ ਤੇ ਤੈਨੂੰ ਕੀ ਮਿਲਿਆ? So then I realized I had come almost at the other end of the pond. ਫਿਰ ਮੈਂ ਮਹਿਸੂਸ ਕੀਤਾ ਕਿ ਮੈਂ ਉਸ ਛੱਪੜ ਦੇ ਲਗਭਗ ਦੂਜੇ ਕਿਨਾਰੇ ਤੇ ਸੀ। I turned around and swam to the bank. ਮੈਂ ਵਾਪਸ ਮੁੜਿਆ ਅਤੇ ਕਿਨਾਰੇ ਤੱਕ ਪਹੁੰਚਿਆ। They gave me my glasses to see what I had brought up from the bottom. ਉਹਨਾਂ ਨੇ ਮੈਨੂੰ ਮੇਰੀਆਂ ਐਨਕਾਂ ਇਹ ਦੇਖਣ ਲਈ ਦਿੱਤੀਆਂ ਕਿ ਮੈਂ ਉਸ ਤਲਾਅ ਦੇ ਤਲ ਤੋਂ ਕੀ ਲੈ ਕੇ ਆਇਆ ਸੀ। ਬਿਕੋਜ਼ ਇਟ ਵਾਜ਼ਨਟ ਅ ਬ੍ਰਿਕ, ਕਿਉਂਕਿ ਇਹ ਉਹ ਬ੍ਰਿਕ ਨਹੀਂ ਸੀ, ਇੱਟ ਨਹੀਂ ਸੀ ਜਿਹੜੀ ਉਹ ਸਵਿਮਿੰਗ ਇੰਸਟ੍ਰਕਟਰ ਨੇ ਸੁੱਟੀ ਸੀ। ਸੇਮ ਸਾਈਜ਼ ਬਟ ਅ ਟਿਨ, an old tin box with no paint left on it and all brown black slime from the bottom of the pond. ਇਹ ਉਸੇ ਇੱਟ ਦੇ ਸਾਈਜ਼ ਦਾ ਸੀ, ਪਰ ਇਹ ਟੀਨ ਸੀ, ਇੱਕ ਪੁਰਾਣਾ ਟੀਨ ਦਾ ਬਾਕਸ with no paint left on it, ਜਿਹਦੇ ਉੱਤੇ ਹੁਣ ਕੋਈ ਵੀ ਪੇਂਟ ਨਹੀਂ ਬਚਿਆ ਸੀ and all brown black slime from the bottom of the pond, ਅਤੇ ਜਿਸ ਉੱਤੇ ਉਸ ਤਲਾਅ ਦੇ ਤਲ ਤੋਂ ਬਰਾਊਨ ਅਤੇ ਕਾਲੀ ਕਾਈ ਜੰਮੀ ਹੋਈ ਸੀ। It was as heavy as a brick. ਇਹ ਉਸ ਇੱਟ ਜਿੰਨਾ ਹੀ ਭਾਰਾ ਸੀ because it was full of mud, ਕਿਉਂਕਿ ਇਹ ਚਿੱਕੜ ਨਾਲ ਭਰਿਆ ਹੋਇਆ ਸੀ। nothing but mud, ਹੋਰ ਕਿਸੇ ਵੀ ਚੀਜ਼ ਨਾਲ ਨਹੀਂ ਬਲਕਿ ਚਿੱਕੜ ਨਾਲ ਭਰਿਆ ਹੋਇਆ ਸੀ। it must have been there for years, ਇਹ ਜ਼ਰੂਰ ਹੀ ਉੱਥੇ ਕਈ ਸਾਲਾਂ ਤੋਂ ਪਿਆ ਹੋਵੇਗਾ। I have cleaned the tin up and kept on the mantelpiece at home with my coin collection in it. mantelpiece ਹੁੰਦਾ ਹੈ ਅੰਗੀਠੀ। ਜਿਸ ਤਰ੍ਹਾਂ ਕੁਝ ਜਗ੍ਹਾਵਾਂ ਤੇ ਬਹੁਤ ਜ਼ਿਆਦਾ ਠੰਡ ਪੈਂਦੀ ਹੋਵੇ ਤਾਂ ਲੋਕ ਆਪਣੇ ਘਰ ਨੂੰ ਨਿੱਘਾ ਰੱਖਣ ਲਈ ਆਪਣੇ ਘਰ ਵਿੱਚ ਅੰਗੀਠੀ ਬਣਾ ਲੈਂਦੇ ਹਨ, ਸੋ ਉਸ ਨੂੰ ਕਹਿੰਦੇ ਹਨ mantelpiece। ਸੋ ਉਸਨੇ ਉਸ ਟਿਨ ਨੂੰ ਸਾਫ਼ ਕੀਤਾ ਅਤੇ ਉਸ ਟਿਨ ਨੂੰ ਉਸ ਮੈਂਟਲਪੀਸ ਦੇ ਉੱਪਰ ਜੋ ਸ਼ੈਲਫ ਬਣੀ ਹੁੰਦੀ ਹੈ ਉਹਦੇ ਉੱਤੇ ਰੱਖ ਦਿੱਤਾ, ਜਿਸ ਨੂੰ ਕਿ ਉਸਨੇ ਆਪਣੇ ਸਿੱਕਿਆਂ ਦੀ ਕਲੈਕਸ਼ਨ ਲਈ ਵਰਤਿਆ। I had to duck dive later for another brick. ਮੈਨੂੰ ਬਾਅਦ ਵਿੱਚ ਦੂਸਰੀ ਇੱਟ ਲਈ ਉਸ ਤਲਾਅ ਦੇ ਵਿੱਚ ਡਕ ਡਾਈਵ ਕਰਨੀ ਪੈਣੀ ਸੀ and I got it all right. ਅਤੇ ਉਸ ਡਕ ਡਾਈਵਿੰਗ ਦੇ ਵਿੱਚ ਮੈਂ ਉਹ ਬ੍ਰਿਕ ਹਾਸਲ ਕਰ ਲਈ without being frightened at all, ਬਿਨਾਂ ਜ਼ਰਾ ਜਿੰਨਾ ਵੀ ਡਰੇ ਹੋਏ। I shall keep the tin as long as I live. ਮੈਂ ਟੀਨ ਦਾ ਬਾਕਸ ਆਪਣੇ ਕੋਲ ਹਮੇਸ਼ਾ ਰੱਖਾਂਗਾ ਜਦ ਤੱਕ ਵੀ ਮੈਂ ਜ਼ਿੰਦਾ ਰਹਾਂਗਾ and I might live to be 100, ਅਤੇ ਮੈਂ 100 ਸਾਲ ਤੱਕ ਜ਼ਰੂਰ ਜੀਵਾਂਗਾ।